ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੈ ਕਨਸੈਪਟ ਆਫ ਗੋਡ ਦੀ, ਪਹਿਲੀ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਅਲੱਗ-ਅਲੱਗ ਧਰਮਾਂ ਦੇ ਵਿੱਚ ਪਰਮਾਤਮਾ ਦਾ ਜਿਹੜਾ ਸੰਕਲਪ ਹੈ, ਪਰਮਾਤਮਾ ਦਾ ਸਰੂਪ, ਉਸ ਨੂੰ ਵੱਖਰੇ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ। ਅਤੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਰੱਬ ਦੇ ਨਾਲ ਸਾਨੂੰ ਜੋੜਿਆ ਉਸ ਦਾ ਸਰੂਪ ਮੂਲ ਮੰਤਰ ਦੇ ਵਿੱਚ ਦਰਜ ਕੀਤਾ ਹੋਇਆ। ਅਤੇ ਜਦੋਂ ਅਸੀਂ ਮੂਲ ਮੰਤਰ ਦੀ ਵਿਆਖਿਆ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਸਾਰੇ ਗੁਣ ਬੜੇ ਵਿਸਥਾਰ ਦੇ ਨਾਲ, ਬੜੇ ਵਧੀਆ ਤਰੀਕੇ ਦੇ ਨਾਲ, ਬਹੁਤ ਹੀ ਘੱਟ ਸ਼ਬਦਾਂ ਦੇ ਵਿੱਚ ਸਾਡੇ ਨਾਲ ਸਾਂਝੇ ਕੀਤੇ ਨੇ। ਮੂਲ ਮੰਤਰ ਦਾ ਸਰੂਪ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੂਲ ਮੰਤਰ ਹੈ। ਮੂਲ ਮੰਤਰ ਦੇ ਵਿੱਚ ਸ਼ੁਰੂਆਤ ਜਿਹੜੀ ਹੈ ਉਹ ਦੱਸੀ ਗਈ ਕਿ ਇਸ ਮੰਤਰ ਦੇ ਵਿੱਚ ਕਿਸ ਦਾ ਜ਼ਿਕਰ ਕੀਤਾ ਗਿਆ। ਓਬਵੀਅਸਲੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਰੱਬ ਦੇ ਨਾਲ ਜੋੜਿਆ ਹੈ ਅਤੇ ਰੱਬ ਦਾ ਜ਼ਿਕਰ ਇਸ ਮੰਤਰ ਦੇ ਵਿੱਚ ਕੀਤਾ ਗਿਆ। ਇੱਕ ਓੰਕਾਰ ਜਿਹੜਾ ਹੈ ਉਹਦੇ ਵਿੱਚ ਓੰਕਾਰ ਜਿਹੜਾ ਹੈ ਉਹ ਅਕਾਲ ਪੁਰਖ ਦੇ ਲਈ ਸਿਰਜਿਆ ਗਿਆ। ਹਿੰਦੂ ਧਰਮ ਦੇ ਵਿੱਚ ਦੁਨੀਆ ਨੂੰ ਚਲਾਉਣ ਵਾਲੇ 3 ਦੇਵਤੇ ਮੰਨੇ ਗਏ ਹਨ, ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ। ਇਹ ਮੰਨਿਆ ਜਾਂਦਾ ਕਿ ਬ੍ਰਹਮਾ ਇਸ ਸਾਰੀ ਕਾਇਨਾਤ ਨੂੰ, ਸਾਰੀ ਕੁਦਰਤ ਨੂੰ, ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ। ਬ੍ਰਹਮਾ ਨੇ ਇਸ ਸਾਰੀ ਕਾਇਨਾਤ ਨੂੰ ਬਣਾਇਆ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਵਿਸ਼ਨੂੰ ਆ ਜਾਂਦਾ ਹੈ, ਜਿਹੜਾ ਇਸ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਪਿਆ ਹੈ। ਯਾਨੀ ਕਿ ਜੇ ਕੋਈ ਖਾਣਾ ਖਾ ਰਹੇ ਹਾਂ ਅਸੀਂ, ਜਾਂ ਅਨਾਜ ਪੈਦਾ ਹੋ ਰਿਹਾ ਹੈ, ਜਾਂ ਕੁਛ ਵੀ ਜੋ ਚੀਜ਼ਾਂ ਅਸੀਂ ਵਰਤ ਰਹੇ ਹਾਂ, ਭੋਗ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਵਿਸ਼ਨੂੰ ਦੇਵਤੇ ਦੇ ਕੋਲੋਂ ਮਿਲਦੀਆਂ ਹਨ। ਅਤੇ ਤੀਸਰੇ ਦੇ ਉੱਤੇ ਮਹੇਸ਼ ਸ਼ਿਵ ਦੇਵਤਾ ਜਿਹੜਾ ਹੈ, ਸ਼ਿਵ ਭਗਵਾਨ ਜਿਹੜਾ ਮੰਨਿਆ ਜਾਂਦਾ ਹੈ, ਉਹ ਦੁਨੀਆ ਨੂੰ ਨਾਸ਼ ਕਰਨ ਵਾਲਾ ਹੈ, ਮੌਤ ਦਾ ਦੇਵਤਾ, ਖਤਮ ਕਰਨ ਵਾਲਾ ਹੈ। ਯਾਨੀ ਕਿ 3 ਸ਼ਕਤੀਆਂ ਵੱਖਰੀਆਂ ਨੇ, ਬ੍ਰਹਮਾ ਵਿਸ਼ਨੂੰ ਮਹੇਸ਼। ਪੈਦਾ ਕਰਨ ਵਾਲਾ ਵੱਖਰਾ, ਪਾਲਣ ਵਾਲਾ ਵੱਖਰਾ, ਅਤੇ ਅਖੀਰ 'ਤੇ ਖਤਮ ਕਰਨ ਵਾਲਾ ਵੱਖਰਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਓੰਕਾਰ ਦੇ ਅੱਗੇ 1 ਲਗਾਤਾ, ਗਿਣਤੀ ਦਾ 1 ਲਗਾਇਆ। ਉਸ ਗਿਣਤੀ ਦੇ 1 ਦੇ ਨਾਲ ਇਸ ਚੀਜ਼ ਨੂੰ ਸਮਝਾਇਆ ਗਿਆ ਕਿ ਇਹ ਸਾਰੀਆਂ ਸ਼ਕਤੀਆਂ, ਪੈਦਾ ਕਰਨ ਵਾਲੀ, ਪਾਲਣ ਵਾਲੀ ਅਤੇ ਖਤਮ ਕਰਨ ਵਾਲੀ, ਇਹ ਵੱਖਰੀਆਂ ਨਹੀਂ ਹਨ। ਇਹ ਸਾਰੀਆਂ ਸ਼ਕਤੀਆਂ ਇੱਕੋ ਹਨ। ਉਹ ਭਾਵ ਕਿ ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ, ਜਿਸ ਦੇ ਨਾਮ ਅਸੀਂ ਬੇਅੰਤ ਰੱਖੇ ਹੋਏ ਹਨ, ਉਹ ਪਰਮਾਤਮਾ ਹੀ ਸਾਰੀ ਦੁਨੀਆ ਨੂੰ ਪੈਦਾ ਕਰਦਾ ਹੈ। ਉਹ ਪਰਮਾਤਮਾ ਹੀ ਸਾਰੀ ਦੁਨੀਆ ਦੀ ਪਾਲਣਾ ਕਰਦਾ ਹੈ ਅਤੇ ਉਹ ਪਰਮਾਤਮਾ ਹੀ ਸਾਰੀ ਦੁਨੀਆ ਨੂੰ ਖਤਮ ਕਰਨ ਵਾਲਾ ਵੀ ਹੈ। ਇੱਕ ਓੰਕਾਰ ਦੇ ਵਿੱਚ ਉਸ ਪਰਮਾਤਮਾ ਦੀ ਸਾਰੀਆਂ ਸ਼ਕਤੀਆਂ ਨੂੰ ਇੱਕ ਜਗ੍ਹਾ ਦੇ ਉੱਤੇ ਸੁਮੇਲ ਕਰ ਦਿੱਤਾ ਗਿਆ ਕਿ ਤੁਸੀਂ ਇਸ ਤਾਕਤਾਂ ਨੂੰ ਵੱਖਰਾ ਤਾਕਤਾਂ ਨਾ ਸਮਝੋ। ਪਰਮਾਤਮਾ ਹੀ ਹੈ ਜਿਹੜਾ ਪਾਲਦਾ ਪਿਆ, ਪ੍ਰਗਟ ਕਰਦਾ ਪਿਆ ਅਤੇ ਖਤਮ ਕਰਦਾ ਪਿਆ। ਗੁਰਬਾਣੀ ਦੇ ਬੇਅੰਤ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਇਸ ਗੱਲ ਨੂੰ ਹੋਰ ਵੀ ਡਿਟੇਲ ਦੇ ਨਾਲ ਸਮਝਾਇਆ ਗਿਆ। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਉਹਨਾਂ ਸਾਰੇ ਸ਼ਬਦਾਂ ਦੇ ਬਾਰੇ ਜਾਂ ਉਹ ਸਾਰੇ ਕਨਸੈਪਟ, ਸੰਕਲਪ ਦੇ ਬਾਰੇ, ਪ੍ਰਿੰਸੀਪਲ, ਸਿਧਾਂਤਾਂ ਦੇ ਬਾਰੇ ਉਹ ਸਾਰੀ ਅਸੀਂ ਗੱਲਬਾਤ ਕਰਾਂਗੇ। ਅੱਜ ਸਿਰਫ ਅਸੀਂ ਮੂਲ ਮੰਤਰ ਦੀ ਇੱਕ ਸੰਖੇਪ ਵਿਆਖਿਆ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਓੰਕਾਰ ਭਾਵ ਅਕਾਲ ਪੁਰਖ ਇੱਕ ਹੈ। ਤੁਸੀਂ ਇਹਦੀਆਂ ਸ਼ਕਤੀਆਂ ਵੱਖਰੀਆਂ ਨਾ ਸਮਝੋ। ਪਰਮਾਤਮਾ ਇੱਕ ਹੈ, ਸਾਰੀ ਦੁਨੀਆ ਦੀ ਪਾਲਣਾ ਕਰਨ ਵਾਲਾ, ਪੈਦਾ ਕਰਨ ਵਾਲਾ, ਖਤਮ ਕਰਨ ਵਾਲੀ ਹਸਤੀ ਇੱਕ ਪਰਮਾਤਮਾ ਹੈ। ਅਤੇ ਕਹਿੰਦੇ ਨੇ ਕਿ ਉਹ ਪਰਮਾਤਮਾ ਸੱਚੀ ਮੁੱਚੀ ਹੈ ਜਾਂ ਨਹੀਂ ਹੈ, ਤਾਂ ਉਹਦੇ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ ਸਤਨਾਮ ਭਾਵ ਕਿ ਪਰਮਾਤਮਾ ਦੀ ਜਿਹੜੀ ਹਸਤੀ ਹੈ ਨਾ, ਉਹ ਸੱਚੀ ਹੈ, ਕਿ ਸੱਚਮੁੱਚ ਹੀ ਪਰਮਾਤਮਾ ਇਸ ਸਾਰੀ ਦੁਨੀਆ ਦੀ ਪਾਲਣਾ ਕਰ ਰਿਹਾ, ਪੈਦਾ ਕਰ ਰਿਹਾ ਅਤੇ ਇਸ ਦੁਨੀਆ ਨੂੰ ਲੋੜ ਪੈਣ ਦੇ ਉੱਤੇ ਖਤਮ ਵੀ ਕਰ ਰਿਹਾ। ਬੇਸ਼ੱਕ ਇਸ ਪਰਮਾਤਮਾ ਦੇ ਨਾਮ ਨੂੰ ਵੱਖਰੇ ਤਰੀਕੇ ਨਾਲ ਕੋਈ ਕੁਦਰਤ ਕਹਿ ਕੇ ਵੀ ਯਾਦ ਕਰ ਲੈਂਦਾ ਹੈ ਅਤੇ ਕੋਈ ਰੱਬ ਵੀ ਕਹਿ ਲੈਂਦਾ ਹੈ ਕਿ ਪਰਮਾਤਮਾ ਹੈ। ਪਰਮਾਤਮਾ ਨੂੰ ਕਿਸ ਨਾਮ ਦੇ ਨਾਲ ਜਾਣਨਾ ਹੈ, ਇਹ ਸਾਡੇ ਆਪਣੇ ਪਰਸਨਲ ਸਮਝ ਦੇ ਉੱਤੇ ਹੈ ਕਿ ਸਾਨੂੰ ਕਿਸ ਤਰੀਕੇ ਨਾਲ ਨਜ਼ਰ ਆਇਆ, ਅਸੀਂ ਉਸ ਤਰੀਕੇ ਦੇ ਨਾਲ ਪਰਮਾਤਮਾ ਦਾ ਨਾਮ ਰੱਖ ਦਿੱਤਾ। ਗੁਰਬਾਣੀ 'ਚ ਵੀ ਜਿਤਨੇ ਨਾਮ ਆਉਂਦੇ ਨੇ ਉਹਦੇ 'ਚ ਇਹੀ ਹੈ ਕਿ ਸਾਨੂੰ ਸਮਝ ਕਿਸ ਤਰ੍ਹਾਂ ਲੱਗੀ ਕਿ ਜੇ ਕਿਸੇ ਨੂੰ ਮੈਨੂੰ ਲੱਗਿਆ ਕਿ ਪਰਮਾਤਮਾ ਮੇਰੀ ਪਾਲਣਾ ਕਰਨ ਵਾਲਾ ਹੈ ਤਾਂ ਮੈਂ ਪਾਲਣਹਾਰ ਲਿਖ ਦਿੱਤਾ। ਜੇ ਮੈਂ ਸੋਚਿਆ ਕਿ ਪਰਮਾਤਮਾ ਮੈਨੂੰ ਬਚਾਉਣ ਵਾਲਾ ਹੈ ਤਾਂ ਮੈਂ ਇਹ ਰੱਖਿਆ ਕਰਨ ਵਾਲਾ ਪਰਮਾਤਮਾ ਸਮਝ ਲਿਆ। ਜੇ ਰੋਟੀ ਦਿੰਦਾ ਹੈ ਤਾਂ ਮੈਂ ਸਮਝ ਲਿਆ ਕਿ ਪਰਮਾਤਮਾ ਰੋਟੀ ਦੇਣ ਵਾਲਾ ਹੈ। ਉਸੇ ਤਰੀਕੇ ਦੇ ਨਾਲ ਆਪਣੀ ਸਮਝ ਦੇ ਮੁਤਾਬਕ ਜਾਂ ਮੈਨੂੰ ਕਿੱਦਾਂ ਦਾ ਐਕਸਪੀਰੀਅੰਸ ਮਿਲਿਆ ਉਹਦੇ ਮੁਤਾਬਕ ਹੀ ਮੈਂ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਰੱਖ ਲਿਆ। ਪਰ ਜਿੱਦਾਂ ਦਾ ਮਰਜ਼ੀ ਨਾਮ ਰੱਖਿਆ ਹੋਵੇ, ਪਰਮਾਤਮਾ ਦਾ ਨਾਮ
ਸੱਚਾ ਹੈ, ਸਤਨਾਮ। ਫਿਰ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਤਾ ਪੁਰਖ। ਪੁਰਖ ਭਾਵ ਕਿ ਉਹ ਪੁਰਖ ਉਹ, ਕਿਉਂਕਿ ਪਰਮਾਤਮਾ ਨੂੰ ਇੱਕ ਪੁਰਸ਼ ਲਿੰਗ ਦੇ ਵਿੱਚ ਗੁਰਬਾਣੀ ਦੇ ਵਿੱਚ ਬਿਆਨ ਕੀਤਾ ਗਿਆ। ਇਹ ਨਹੀਂ ਕਿ ਪਰਮਾਤਮਾ ਦਾ ਸੱਚਮੁੱਚ ਕੋਈ ਲਿੰਗ ਹੈ ਕਿ ਉਹ ਇਸਤਰੀ ਹੈ ਜਾਂ ਪੁਰਸ਼ ਹੈ। ਪਰਮਾਤਮਾ ਇੱਕ ਸ਼ਕਤੀ ਹੈ ਜਿਹੜੀ ਕਿ ਦੁਨਿਆਵੀ ਤਾਕਤਾਂ, ਦੁਨਿਆਵੀ ਸੋਚਾਂ ਉਸ ਤੋਂ ਪਰੇ ਹੈ, ਪਰ ਫਿਰ ਵੀ ਗੁਰਬਾਣੀ ਦੇ ਵਿੱਚ ਪਰਮਾਤਮਾ ਨੂੰ ਇੱਕ ਪੁਰਸ਼ ਦੇ ਰੂਪ ਦੇ ਵਿੱਚ ਸੋਚਿਆ ਗਿਆ ਹੈ, ਇੱਕ ਸਿਰਜਿਆ ਗਿਆ ਕਿ ਪਰਮਾਤਮਾ ਦੀ ਸ਼ਕਤੀ ਇੱਕ ਪੁਰਸ਼ ਵਾਲੀ ਸ਼ਕਤੀ ਹੈ ਅਤੇ ਬਾਕੀ ਸਾਰੀ ਦੁਨੀਆ ਜਿਹੜੀ ਹੈ ਉਹ ਇਸਤਰੀ ਹੈ। ਭਾਵੇਂ ਕਿ ਮੈਂ ਇੱਕ ਮਨੁੱਖ ਹਾਂ, ਮੈਂ ਪੁਰਸ਼ ਹਾਂ, ਪਰ ਬੀਇੰਗ ਅਧਿਆਤਮਕ ਇੱਕ ਧਾਰਮਿਕ ਪੁਰਸ਼ ਹੋਣ ਦੇ ਨਾਤੇ ਮੈਂ ਇੱਕ ਜੀਵ ਇਸਤਰੀ ਹਾਂ ਅਤੇ ਮੇਰਾ ਜਿਹੜਾ ਮਕਸਦ ਹੈ ਆਪਣੇ ਪਤੀ ਪਰਮੇਸ਼ਵਰ ਪਰਮਾਤਮਾ ਜਿਹੜਾ ਹੈ ਉਹ ਇੱਕ ਪਤੀ, ਇੱਕ ਪੁਰਸ਼ ਹੈ, ਉਹਨੂੰ ਪਾਉਣ ਦਾ ਮਕਸਦ ਮੇਰੀ ਜ਼ਿੰਦਗੀ ਦਾ ਹੈ। ਅਤੇ ਗੁਰਬਾਣੀ ਦੇ ਵਿੱਚ ਵੀ ਥਾਂ ਥਾਂ 'ਤੇ ਦਿੱਤਾ ਗਿਆ ਹੈ ਕਿ ਪਰਮਾਤਮਾ ਇੱਕ ਪੁਰਸ਼ ਹੈ। ਅਤੇ ਅਕਾਲ ਕਰਤਾ ਪੁਰਖ, ਕਰਤਾ ਪੁਰਖ ਭਾਵ ਕਿ ਉਹ ਪਰਮਾਤਮਾ ਨੇ ਇਹ ਸਾਰੀ ਜਿਹੜੀ ਖੇਡ ਹੈ, ਸ੍ਰਿਸ਼ਟੀ ਦੀ ਖੇਡ ਹੈ, ਕੁਦਰਤ ਹੈ ਜਿਹੜੀ ਹੈ ਉਸ ਨੂੰ ਸਾਰਿਆਂ ਨੂੰ ਸਿਰਜਿਆ ਹੈ। ਕਰਤਾ ਭਾਵ ਕਿ ਕ੍ਰੀਏਟਰ, ਕਿ ਉਹ ਇਸ ਸਾਰੀ ਕੁਦਰਤ ਦਾ, ਇਸ ਸਾਰੀ ਸ੍ਰਿਸ਼ਟੀ ਦਾ, ਸਾਰੇ ਬ੍ਰਹਿਮੰਡ ਦਾ ਉਹ ਕਰਤਾ ਹੈ, ਉਹ ਕ੍ਰੀਏਟਰ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਅੱਗੇ ਹੈ ਨਿਰਭਉ, ਕਿ ਪਰਮਾਤਮਾ ਨੂੰ ਕਿਸੇ ਦਾ ਵੀ ਡਰ ਨਹੀਂ ਹੈ। ਨਿਰ ਮੈਨੇ ਨਹੀਂ ਨੈਗੇਟਿਵ ਅਤੇ ਭਉ ਮੈਨੇ ਡਰ, ਕਿ ਪਰਮਾਤਮਾ ਬਗੈਰ ਕਿਸੇ ਦੇ ਡਰ ਤੋਂ ਹੈ। ਨਿਰਭਉ ਨਿਰਵੈਰ, ਨਿਰ ਅਖੀਰ ਫਿਰ ਉਹੀ ਕਿ ਨਿਰ ਮੈਨੇ ਨਹੀਂ, ਵੈਰ ਮੈਨੇ ਕਿਸੇ ਤਰ੍ਹਾਂ ਦੀ ਵੀ ਦੁਸ਼ਮਣੀ। ਪਰਮਾਤਮਾ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੈ। ਹੁਣ ਇੱਥੇ ਦੋ ਗੱਲਾਂ ਨੇ, ਨਿਰਭਉ ਨਿਰਵੈਰ, ਕਿ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ। ਹੁਣ ਇੱਥੇ ਇੱਕ ਪ੍ਰਸ਼ਨ ਉੱਠਦਾ ਹੈ ਕਿ ਪਰਮਾਤਮਾ ਨੂੰ ਕਿਸੇ ਦਾ ਡਰ ਕਿਉਂ ਨਹੀਂ ਹੈ, ਕਿ ਪਰਮਾਤਮਾ ਕਿਉਂ ਨਹੀਂ ਡਰਦਾ ਕਿਸੇ ਕੋਲੋਂ। ਹੁਣ ਇਹ ਸਾਰੀ ਗੱਲ ਨੂੰ ਜੇਕਰ ਅਸੀਂ ਆਪਣੇ ਉੱਤੇ ਲੈ ਕੇ ਆਈਏ ਕਿ ਮੈਨੂੰ ਕਿਸ ਤੋਂ ਡਰ ਲੱਗਦਾ ਹੈ, ਜਾਂ ਇੱਕ ਕਿਸੇ ਇਨਸਾਨ ਨੂੰ, ਕਿਸੇ ਮਨੁੱਖ ਨੂੰ, ਕਿਸੇ ਵੀ ਵਿਅਕਤੀ ਨੂੰ ਡਰ ਕਿਸ ਤੋਂ ਲੱਗਦਾ ਹੈ। ਹਮੇਸ਼ਾ ਡਰ ਜਿਹੜਾ ਹੈ ਆਪਣੇ ਤੋਂ ਕਿਸੇ ਵੱਡੀ ਤਾਕਤ ਤੋਂ ਲੱਗਦਾ ਹੈ। ਯਾਨੀ ਕਿ ਮੇਰੇ ਤੋਂ ਕੋਈ ਵੱਡਾ ਹੋਏਗਾ ਤਾਂ ਮੈਨੂੰ ਉਹਦੇ ਤੋਂ ਡਰ ਲੱਗੇਗਾ, ਮੈਨੂੰ ਆਪਣੇ ਤੋਂ ਛੋਟੇ ਤੋਂ ਡਰ ਨਹੀਂ ਹੋਏਗਾ। ਪਰ ਮੇਰੇ ਤੋਂ ਜਿਹੜਾ ਵੱਡਾ ਹੈ ਉਹ ਭਾਵੇਂ ਉਮਰ 'ਚ ਵੱਡਾ ਹੋ ਸਕਦਾ ਹੈ, ਅਹੁਦੇ 'ਚ ਵੱਡਾ ਹੋ ਸਕਦਾ ਹੈ, ਉਹ ਕਿਸੇ ਤਾਕਤ ਦੇ ਵਿੱਚ ਵੱਡਾ ਹੋ ਸਕਦਾ ਹੈ, ਉਹ ਪੈਸੇ 'ਚ ਵੱਡਾ ਹੋ ਸਕਦਾ ਹੈ। ਕਿਸੇ ਵੀ ਤਰੀਕੇ ਦੇ ਨਾਲ ਮੇਰੇ ਤੋਂ ਕੋਈ ਇਨਸਾਨ ਵੱਡਾ ਹੈ ਤਾਂ ਮੈਨੂੰ ਉਹਦਾ ਡਰ ਜਿਹੜਾ ਹੈ ਉਹ ਮੇਰੇ ਮਨ ਦੇ ਵਿੱਚ ਰਹੇਗਾ, ਉਹਦਾ ਭੈ ਮੈਨੂੰ ਮਨ 'ਚ ਰਹੇਗਾ ਕਿ ਜੇ ਮੈਂ ਕਮਜ਼ੋਰ ਹਾਂ, ਸਰੀਰਕ ਤੌਰ 'ਤੇ ਕਮਜ਼ੋਰ ਹਾਂ, ਤਾਂ ਜੇ ਕੋਈ ਤਾਕਤ ਵਾਲਾ ਮਨੁੱਖ ਹੈ, ਭਾਵੇਂ ਉਮਰ ਉਹਦੀ ਵੱਡੀ ਹੋਵੇ ਛੋਟੀ ਹੋਵੇ, ਪਰ ਮੇਰੇ ਸਰੀਰ ਦੀ ਤਾਕਤ ਦੇ ਨਾਲੋਂ ਜੇਕਰ ਕਿਸੇ ਹੋਰ ਦੀ ਤਾਕਤ ਜ਼ਿਆਦਾ ਹੈ ਤਾਂ ਮੈਨੂੰ ਉਹਦੇ ਤੋਂ ਡਰ ਰਹੇਗਾ ਕਿ ਉਹ ਮੇਰਾ ਨੁਕਸਾਨ ਨਾ ਕਰ ਦੇ, ਮੇਰਾ ਸਰੀਰਕ ਨੁਕਸਾਨ ਨਾ ਕਰੇ, ਮੈਨੂੰ ਕੁੱਟ ਨਾ ਦੇਵੇ, ਮੈਨੂੰ ਮਾਰ ਨਾ ਦੇਵੇ, ਕਿ ਮੈਂ ਉਹਦੇ ਨਾਲ ਮੁਕਾਬਲਾ ਸਰੀਰਕ ਤੌਰ 'ਤੇ ਨਹੀਂ ਕਰ ਸਕਾਂਗਾ। ਤਾਂ ਮੈਨੂੰ ਇੱਕ ਤਾਕਤਵਰ, ਸਰੀਰਕ ਤਾਕਤਵਰ ਇਨਸਾਨ ਵਾਲੇ ਤੋਂ ਡਰ ਰਹੇਗਾ। ਜੇ ਮੈਂ ਗਰੀਬ ਹਾਂ ਤਾਂ ਮੈਨੂੰ ਕਿਸੇ ਅਮੀਰ ਤੋਂ ਡਰ ਰਹੇਗਾ ਕਿ ਇਹ ਅਮੀਰ ਬੰਦਾ ਆਪਣੇ ਪੈਸੇ ਦੇ ਜ਼ੋਰ ਦੇ ਨਾਲ ਮੈਨੂੰ ਦੱਬ ਨਾ ਲਵੇ, ਮੈਨੂੰ ਥੱਲੇ ਨਾ ਸੁੱਟ ਦੇਵੇ ਜਾਂ ਮੇਰਾ ਨੁਕਸਾਨ ਨਾ ਕਰ ਦੇਵੇ। ਠੀਕ ਹੈ। ਜੇ ਮੈਂ ਇੱਕ ਛੋਟੇ ਅਹੁਦੇ 'ਤੇ ਕੰਮ ਕਰਦਾ ਤਾਂ ਮੈਨੂੰ ਆਪਣੇ ਉੱਚੇ ਅਹੁਦੇ ਵਾਲੇ ਹਾਇਰ ਆਫੀਸ਼ੀਅਲਸ ਜਿਹੜੇ ਨੇ, ਅਥਾਰਟੀਜ਼ ਨੇ, ਉਹਨਾਂ ਤੋਂ ਡਰ ਰਹੇਗਾ। ਮੈਨੂੰ ਰਾਜਨੀਤੀਆਂ ਤੋਂ ਡਰ ਰਹੇਗਾ, ਮੈਨੂੰ ਮਿਨਿਸਟਰਸ ਤੋਂ ਡਰ ਰਹੇਗਾ, ਮੈਨੂੰ ਸਰਕਾਰ ਤੋਂ ਡਰ ਰਹੇਗਾ। ਯਾਨੀ ਕਿ ਮੇਰੀ ਹਸਤੀ ਤੋਂ ਉੱਪਰ ਜੋ ਵੀ ਹੈ ਕਿਸੇ ਵੀ ਤਰੀਕੇ ਨਾਲ, ਪੈਸੇ ਦੇ ਨਾਲ, ਉਮਰ ਦੇ ਨਾਲ, ਤਾਕਤ ਦੇ ਨਾਲ, ਅਹੁਦੇ ਦੇ ਨਾਲ, ਜਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਵੀ ਮੇਰੇ ਤੋਂ ਵੱਡਾ ਹੈ ਮੈਨੂੰ ਉਹਦੇ ਤੋਂ ਡਰ ਰਹੇਗਾ। ਪਰ ਪਰਮਾਤਮਾ ਜਿਹੜੀ ਹਸਤੀ ਹੈ, ਪਰਮਾਤਮਾ ਤੋਂ ਉੱਪਰ ਕੋਈ ਵੀ ਨਹੀਂ, ਸਾਰਾ ਕੁਝ ਪਰਮਾਤਮਾ ਦੇ ਨੀਚੇ ਹੈ। ਪਰਮਾਤਮਾ ਤੋਂ ਉੱਪਰ ਤਾਕਤਵਰ ਕੋਈ ਇਨਸਾਨ ਨਹੀਂ, ਕੋਈ ਸ਼ਕਤੀ ਨਹੀਂ, ਪਰਮਾਤਮਾ ਤੋਂ ਅਮੀਰ ਕੋਈ ਸ਼ਕਤੀ ਹੋਰ ਨਹੀਂ ਹੈ, ਪਰਮਾਤਮਾ ਤੋਂ ਵੱਡੀ ਅਹੁਦੇਦਾਰ ਕੋਈ ਸ਼ਕਤੀ ਨਹੀਂ ਹੈ। ਇਸ ਲਈ ਪਰਮਾਤਮਾ ਨੂੰ ਕਿਸੇ ਵੀ ਅਜਿਹੀ ਹਸਤੀ ਜਿਹੜੀ ਕਿ ਉਸ ਤੋਂ ਵੱਡੀ ਹੋਵੇ ਉਹਦਾ ਡਰ ਨਹੀਂ ਹੈ। ਪਰਮਾਤਮਾ ਦੀ ਸ਼ਕਤੀ ਤੋਂ ਸਾਰੀਆਂ ਸ਼ਕਤੀਆਂ, ਸਾਰੀਆਂ ਤਾਕਤਾਂ, ਸਾਰੇ ਇਨਸਾਨ, ਸਾਰੀ ਕਾਇਨਾਤ, ਸਾਰਾ ਬ੍ਰਹਿਮੰਡ ਥੱਲੇ ਹੈ। ਇਸ ਲਈ ਪਰਮਾਤਮਾ ਨੂੰ ਕਿਸੇ ਦਾ ਵੀ ਡਰ ਨਹੀਂ ਹੈ। ਅਤੇ ਹੁਣ ਦੂਸਰੀ ਗੱਲ ਆ ਜਾਂਦੀ ਹੈ, ਪਹਿਲਾਂ ਅਸੀਂ ਨਿਰਭਉ ਦੀ ਗੱਲ ਕੀਤੀ ਹੈ, ਦੂਜੀ ਗੱਲ ਹੈ ਨਿਰਵੈਰ ਦੀ। ਨਿਰਵੈਰ ਕੀ ਹੈ ਕਿ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਹੈ। ਹੁਣ ਪਹਿਲੀ ਉਦਾਹਰਣ ਵਾਂਗ ਹੀ ਅਸੀਂ ਜੇਕਰ ਸਮਝੀਏ ਕਿ ਵੈਰ ਕਿਸ ਨਾਲ ਹੁੰਦਾ ਹੈ, ਵੈਰ ਭਾਵ ਦੁਸ਼ਮਣੀ। ਠੀਕ ਹੈ। ਦੁਸ਼ਮਣੀ ਸਾਡੀ ਕਿਸ ਨਾਲ ਹੁੰਦੀ ਹੈ? ਡਰ ਸਾਨੂੰ ਹਮੇਸ਼ਾ ਉੱਪਰ ਵਾਲੇ ਦਾ ਹੁੰਦਾ ਹੈ ਅਤੇ ਦੁਸ਼ਮਣੀ ਹਮੇਸ਼ਾ ਸਾਡੀ ਬਰਾਬਰ ਵਾਲੇ ਨਾਲ ਹੁੰਦੀ ਹੈ। ਕਿ ਜਦੋਂ ਦੋ ਬਰਾਬਰ ਦੀਆਂ ਤਾਕਤਾਂ ਆਪਸ 'ਚ ਮਿਲਦੀਆਂ ਨੇ ਤਾਂ ਉਹਨਾਂ ਦੇ ਵਿੱਚ ਦੁਸ਼ਮਣੀ ਹੋ ਸਕਦੀ, ਉਹਨਾਂ 'ਚ ਮੁਕਾਬਲਾ ਹੋ ਸਕਦਾ ਹੈ।
जेकर कोई ताकत वड्डी है तो वो छोटी ताकत नूं दब लेगी, तो इस तरीके नाल जेकर इस तो कोई छोटी ताकत होएगी तो ये इस नूं दब लेगा। यानी कि दुश्मनी ना वड्डे नाल हो सकती है ना छोटे नाल हो सकती है। दुश्मनी हमेशा बराबर दीयां ताकतां दे नाल हुंदी है। दोने बराबर दीयां ताकतां होण तां आपस दे विच मुकाबला रहिंदा है, पर जदों उपर या नीचे कोई भी ताकत होवे उन्हां दे विच कोई भी दुश्मनी नहीं रह सकती। हमेशा ताकतवर जिहड़ी पोजीशन वाला है वो छोटे नूं हमेशा दब लेगा, उस ते कब्जा कर लेगा, उसनूं भजा देगा, उसनूं खदेड़ देवेगा। पर दुश्मनी रहेगी हमेशा बराबर दीयां ताकतां दे विच। हुण परमात्मा एक इहो जी हस्ती है कि परमात्मा तो उपर कोई भी नहीं, इसलिए परमात्मा नूं किसी का डर नहीं है। हुण दूसरी गल ये है कि परमात्मा दे बराबर दी भी कोई हस्ती नहीं है कि अजिही कोई हस्ती कह दी कि ये परमात्मा दे बिल्कुल बराबर है, इसलिए कि परमात्मा का किसी दे नाल वैर हो सके, किसी नाल दुश्मनी हो सके, किसी नाल मुकाबला हो सके। परमात्मा अपने आप दे विच सुप्रीम है, उस तो उपर या परमात्मा दे बराबर कोई नहीं है, इसलिए परमात्मा का किसी नाल वैर भी नहीं है। तो हुण एक होर गल कि असी वैर आम तौर के उत्ते जेकर साडे बराबर नहीं है तो किसी होर दे नाल भी असी वैर कर लैंदे, कई बारी छोटे दे नाल सानूं वैसे ही उहदे ते डर आ जाता है कि सारी कायनात जिहड़ी है परमात्मा की बनाई हुई है। यानी कि सारी खेड, सारा ब्रह्मंड, सारी दुनिया, सारी लोकाई परमात्मा की बनाई हुई है, तो कोई अपनी बनाई हुई चीज़ के नाल वैर नहीं रखता। तो परमात्मा दे असी बच्चे हाँ, तो इसलिए परमात्मा साडे नाल वैर नहीं रखता। निरभौ निरवैर। अगे आ जाता है अकाल मूरत। मूरत का भाव है मूर्ति, स्वरूप, वो किदां दा है, ठीक है। अकाल है, काल का मतलब हुंदा समा, ते काल दे अगे ऐड़ा जो लग गया अकाल, तो ये चीज़ की हो जाएगी, वो चीज़ जिहदे उत्ते समय का असर नहीं है। यानी कि काल ते ऐड़ा अकाल। हुण अजिही हस्ती, अजिहा व्यक्ति, अजिही ताकत जिहदे उत्ते समय का असर ना होवे। समय का असर की हुंदा है, ये चीज़ पहलां असीं समझ लीए। मेरी उम्र अज 40 साल के करीब है, तो की है कि एक टाइम के उत्ते मैं सिर्फ कुछ महीनों का सी, जदों मैं जन्म लिया उदों मैं एक छोटा जिहा बच्चा सी। समय का असर होया, साल, सवा साल, 1.5 साल बाद मैं तुरना शुरू कर दिता। समय का असर होया, मैं दौड़ना शुरू कर दिता। होर समय का असर होया, मैं 8-10 सालों का होया तो मेरे दे विच जवानी दे जिहड़े 18-20 साल की उम्र 'च मेरी दाढ़ी आनी शुरू हो गई, ठीक है। कि समय के नाल नाल मेरे शरीर के उत्ते जिहड़ा है वक्रे वक्रे निशानियां जिहड़ियां ने वो उभरनियां शुरू हुईयां। हुण अजिहे समय 'च मैं पहुंचिया कि मेरे जिहड़े काले वाल ने वो चिट्टे होने शुरू हो गए। ये किस तरह होया? समय दे नाल, कि समय ने मेरे शरीर के उत्ते असर पाया। मैं एक बच्चे तो जवान होया, जवान तो मच्योर होया, तो हुण मेरा सफ़र बुढ़ापे वाल है कि ये निशानियां जिहड़ियां ने समय दियां ने। समय दे नाल एक दिन मेरा जन्म होया, समा पएगा कि मेरी जिहड़ी है वो मृत्यु हो जाएगी, मेरी मौत हो जाएगी, मैं इस दुनिया चों खत्म हो जावांगा। समय दे नाल ये सारियां चीज़ां दे उत्ते असर पैंदा है। एक छोटा जिहा बीज है, उहनूं असीं जमीन दे विच बीज दिता, समा पै के वो एक पौधा बनिया, समा पै के एक बहुत वड्डा दरखत बन गया। कोई समा आएगा जदों वो दरखत जिहड़ा सुक जाएगा, सुक के डिग जाएगा। यानी कि हरेक चीज़ के उत्ते समय का असर जिहड़ा है वो पै रहा है। पर परमात्मा जिहड़ी ताकत है ਉਹਦੇ ਉੱਤੇ समय का असर नहीं है। परमात्मा कभी बच्चा नहीं है, परमात्मा कभी जवान नहीं है, परमात्मा कभी मैच्योर नहीं है, परमात्मा कभी बुढ़ा नहीं है, ना परमात्मा जन्म लैंदा ते ना परमात्मा की मौत हुंदी है। गल ये है कि परमात्मा के उत्ते समय का असर क्यों नहीं पैंदा? ਉਹਦਾ रीज़न ये है, उत्तर ये है कि समा भी जिहड़ा है वो परमात्मा का ही बनाया होया है। परमात्मा चाहे समय नूं भी खत्म कर सकता है। समा जिहड़ा है परमात्मा के कंट्रोल च होण करके परमात्मा के उत्ते समय का असर नहीं है। अकाल मूरत तो बाद शब्द आंदा है अजूनी। अजूनी जिवें कि असी अकाल दे उत्ते काल दे अगे ऐड़ा लग्या ते अकाल हो गया, इदां ही जूनी दे अगे ऐड़ा लगेगा, अजूनी हो जाएगा। जूनी का भाव कि जन्म लैना ते मर जाना, जन्म मरण के गेड़ दे विच आउणा। बहुत सारे लोग मनते हैं कि परमात्मा जन्म लैंदा ते अवतार धारदा है, पर गुरु नानक साहब जी ने सानू जिस रब दे नाल जोड़िया उह सानू चंगी तरह समझाया कि परमात्मा जन्म मरण के गेड़ दे विच नहीं है। वो जन्म नहीं लैंदा ते ना ही मरदा है। असी जिहड़ी पहलां गल कीती सी कि परमात्मा सारा कुछ पैदा करने वाला है, जेकर असी अजूनी वाले कॉन्सैप्ट नूं
ਖਤਮ ਕਰ ਦਿਆਂਗੇ ਤਾਂ ਫਿਰ ਕੀ ਹੋਏਗਾ ਕਿ ਪਰਮਾਤਮਾ ਨੂੰ ਜਨਮ ਦੇਣ ਵਾਲਾ ਕੋਈ ਹੋਰ ਆਏਗਾ। ਮਾਂ-ਬਾਪ ਆਣਗੇ, ਮੇਰੇ ਮਾਂ-ਬਾਪ ਨੇ ਮੈਨੂੰ ਜਨਮ ਦਿੱਤਾ ਤੇ ਮੈਂ ਦੁਨੀਆ 'ਚ ਆਇਆ। ਦੁਨਿਆਵੀ ਤੌਰ ਦੇ ਉੱਤੇ ਮੇਰੇ ਤੋਂ ਵੱਡੇ ਕੌਣ ਨੇ? ਮੇਰੇ ਮਾਂ-ਬਾਪ ਨੇ, ਕਿਉਂਕਿ ਉਹਨਾਂ ਨੇ ਮੈਨੂੰ ਜਨਮ ਦਿੱਤਾ। ਠੀਕ ਹੈ। ਜੇ ਹੁਣ ਪਰਮਾਤਮਾ ਜਨਮ ਮਰਨ ਦੇ ਵਿੱਚ ਆਏਗਾ ਤਾਂ ਕੀ ਹੋਏਗਾ? ਪਰਮਾਤਮਾ ਕਿਸੇ ਮਾਂ-ਬਾਪ ਦੇ, ਕਿਸੇ ਪਰਿਵਾਰ ਦੇ ਘਰ ਦੇ ਵਿੱਚ ਪੈਦਾ ਹੋਏਗਾ, ਤੇ ਜਿਸ ਘਰ ਦੇ ਵਿੱਚ ਉਹ ਪਰਮਾਤਮਾ ਦਾ ਜਨਮ ਹੋਇਆ ਤੇ ਫਿਰ ਆਪਣੇ ਆਪ ਹੀ ਇਹ ਗੱਲ ਕਲੀਅਰ ਹੋ ਜਾਏਗੀ ਕਿ ਪਰਮਾਤਮਾ ਨੂੰ ਜਨਮ ਦੇਣ ਵਾਲੇ ਮਾਂ-ਬਾਪ ਪਰਮਾਤਮਾ ਤੋਂ ਵੱਡੇ ਹੋਣਗੇ। ਤੇ ਇਹੋ ਜਿਹੀ ਤਾਕਤ ਤਾਂ ਦੁਨੀਆ ਵਿੱਚ ਕਿਤੇ ਵੀ ਨਹੀਂ। ਪਰਮਾਤਮਾ ਆਪਣੇ ਆਪ 'ਚ ਸਭ ਤੋਂ ਵੱਡਾ ਹੈ, ਤੇ ਫਿਰ ਪਰਮਾਤਮਾ ਨੂੰ ਜਨਮ ਦੇਣ ਵਾਲੇ ਮਾਂ-ਬਾਪ ਕਿਸ ਤਰ੍ਹਾਂ ਛੋਟੇ ਰਹਿ ਸਕਦੇ ਨੇ? ਉਹ ਤਾਂ ਓਬਵੀਅਸਲੀ ਉਹਨਾਂ ਤੋਂ ਵੱਡੇ ਹੋਣਗੇ। ਪਰ ਸਾਰਾ ਜਨਮ ਮਰਨ ਦਾ ਗੇੜ ਵੀ ਪਰਮਾਤਮਾ ਦੇ ਹੱਥ ਦੇ ਵਿੱਚ ਹੈ, ਇਸ ਲਈ ਪਰਮਾਤਮਾ ਕਦੀ ਵੀ ਜਨਮ ਨਹੀਂ ਲੈਂਦਾ। ਮਨੁੱਖੀ ਜਾਮੇ ਦੇ ਵਿੱਚ ਜਾਂ ਕਿਸੇ ਜਾਨਵਰ ਦੇ ਵਿੱਚ ਜਾਂ ਕਿਸੇ ਹੋਰ ਜੀਵਦੀ ਜਾਗਦੀ ਵਸਤੂ ਦੇ ਵਿੱਚ ਜਨਮ ਉਹ ਨਹੀਂ ਲੈਂਦਾ। ਹੁਣ ਇੱਥੇ ਇੱਕ ਹੋਰ ਗੱਲ ਸਮਝਣ ਵਾਲੀ ਹੈ ਕਿ ਜਨਮ ਲੈਣ ਵਾਲੇ ਇਨਸਾਨ ਜਾਂ ਜਨਮ ਲੈਣ ਵਾਲੇ ਕਿਸੇ ਵੀ ਜੀਵ ਦੀ ਕੁਝ ਲਿਮਿਟੇਸ਼ਨਸ ਨੇ, ਕੁਝ ਉਹਨਾਂ ਦੀਆਂ ਕਮਜ਼ੋਰੀਆਂ ਨੇ, ਉਹ ਉਸ ਤੋਂ ਬਾਹਰ ਨਹੀਂ ਨਿਕਲ ਸਕਦਾ। ਹੁਣ ਕਮਜ਼ੋਰੀ ਕੀ ਹੈ? ਮੈਂ ਜਨਮ ਲਿਆ, ਮੈਂ ਇਸ ਦੁਨੀਆ 'ਤੇ ਆਇਆ, ਇਸ ਵੇਲੇ ਮੈਂ ਇਸ ਸਰੀਰ ਦੇ ਵਿੱਚ ਹਾਂ, ਪ੍ਰਭਜੋਤ ਸਿੰਘ ਬੀਇੰਗ ਇਸ ਸਰੀਰ ਦੇ ਵਿੱਚ ਹਾਂ, ਅਤੇ ਮੇਰੀ ਸਭ ਤੋਂ ਪਹਿਲੀ ਲਿਮਿਟੇਸ਼ਨ ਕੀ ਹੈ ਕਿ ਜਿੱਥੇ ਮੇਰਾ ਸਰੀਰ ਹੈ ਮੈਂ ਉੱਥੇ ਹੀ ਰਹਿ ਸਕਦਾ, ਮੈਂ ਦੂਜੀ ਜਗ੍ਹਾ ਨਹੀਂ ਜਾ ਸਕਦਾ। ਅੱਜ ਜੇਕਰ ਮੈਂ ਸਟੂਡੀਓ ਦੇ ਵਿੱਚ ਇਹ ਰਿਕਾਰਡਿੰਗ ਕਰ ਰਿਹਾ ਤਾਂ ਇਸ ਸਮੇਂ ਮੈਂ ਸਿਰਫ ਇੱਥੇ ਹੀ ਹਾਂ, ਮੈਂ ਇਸ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਦੇ ਉੱਤੇ ਨਹੀਂ ਜਾ ਸਕਦਾ। ਇਹ ਮੇਰੇ ਸਰੀਰ ਦੀ ਕਮਜ਼ੋਰੀ ਹੈ। ਤੇ ਜੇ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਹਰੇਕ ਜਗ੍ਹਾ ਦੇ ਉੱਤੇ ਸਰਬ ਵਿਆਪਕ ਹੈ, ਕਿ ਹਰ ਥਾਂ ਦੇ ਉੱਤੇ ਵਸਿਆ ਹੋਇਆ ਹੈ, ਪਰ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਨੇ ਜਨਮ ਲਿਆ ਤਾਂ ਫਿਰ ਇਹ ਸ਼ਰਤ ਜਿਹੜੀ ਹੈ, ਇਹ ਗੁਣ ਜਿਹੜਾ ਪਰਮਾਤਮਾ ਦਾ ਕਿ ਪਰਮਾਤਮਾ ਸਰਬ ਵਿਆਪਕ ਹੈ, ਇਹ ਗੁਣ ਜਿਹੜਾ ਹਮੇਸ਼ਾ ਦੇ ਲਈ ਖਤਮ ਹੋ ਜਾਂਦਾ ਹੈ। ਕਿਉਂਕਿ ਮੇਰਾ ਸਰੀਰ ਜਿੱਥੇ ਹੈ ਮੈਂ ਸਿਰਫ ਉੱਥੇ ਰਹਿ ਸਕਦਾ, ਮੈਂ ਬਿਲਕੁਲ ਆਪਣੇ ਨਾਲ ਦੂਜੀ ਜਗ੍ਹਾ 'ਤੇ ਵੀ ਨਹੀਂ ਹੋ ਸਕਦਾ, ਮੈਂ ਸਿਰਫ ਇੱਥੇ ਹਾਂ, ਮੈਂ ਇੱਧਰ ਨਹੀਂ ਹੋ ਸਕਦਾ, ਮੈਂ ਇੱਧਰ ਨਹੀਂ, ਮੈਂ ਜਿੱਥੇ ਹਾਂ ਮੈਂ ਉੱਥੇ ਹੀ ਹੋ ਸਕਦਾ। ਤੇ ਜੇ ਪਰਮਾਤਮਾ ਕਿਸੇ ਸਰੀਰ ਦੇ ਵਿੱਚ ਜਨਮ ਲਏਗਾ ਤਾਂ ਪਰਮਾਤਮਾ ਵੀ ਇੱਥੇ ਹੀ ਰਹੇਗਾ, ਪਰਮਾਤਮਾ ਦੂਜੀ ਜਗ੍ਹਾ ਦੇ ਉੱਤੇ ਮੌਜੂਦ ਨਹੀਂ ਹੋ ਸਕਦਾ। ਤੇ ਪਰਮਾਤਮਾ ਨੇ ਜੇਕਰ ਜਨਮ ਲਿਆ ਤਾਂ ਫਿਰ ਜਨਮ ਲੈਣ ਵਾਲੇ ਦੀ ਇੱਕ ਸ਼ਰਤ ਹੈ ਕਿ ਉਹਨੂੰ ਇੱਕ ਦਿਨ ਬੁਢਾਪਾ ਵੀ ਆਏਗਾ ਤੇ ਉਹਦੀ ਮੌਤ ਵੀ ਹੋਏਗੀ। ਅਸੀਂ ਇੱਦਾਂ ਫਿਰ ਕਹਾਂਗੇ ਕਿ ਅੱਜ ਰੱਬ ਨੇ ਜਨਮ ਲਿਆ, ਅੱਜ ਰੱਬ ਨੇ ਤੁਰਨਾ ਸ਼ੁਰੂ ਕਰ ਦਿੱਤਾ, ਅੱਜ ਰੱਬ 'ਤੇ ਜਵਾਨੀ ਆ ਗਈ, ਜਾਂ ਅੱਜ ਰੱਬ ਦੇਖੋ ਮੈਚਿਓਰ ਹੋ ਗਿਆ, ਉਹਦੇ ਚਿਹਰੇ ਦੇ ਉੱਤੇ ਦੇਖੋ ਹੁਣ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਨੇ, ਹੁਣ ਰੱਬ ਬੁੱਢਾ ਹੋ ਗਿਆ ਤੇ ਇੱਕ ਟਾਈਮ ਆਏਗਾ ਸਾਨੂੰ ਕਹਿਣਾ ਪਏਗਾ ਕਿ ਅੱਜ ਰੱਬ ਮਰ ਗਿਆ। ਪਰ ਇਹੋ ਜਿਹੀ ਗੱਲ ਰੱਬ ਦੇ ਨਾਲ ਨਹੀਂ ਹੁੰਦੀ। ਇਸੇ ਲਈ ਰੱਬ ਜਿਹੜਾ ਹੈ ਉਹ ਹੈ ਅਜੂਨੀ, ਕਿ ਰੱਬ ਜੂਨਾਂ ਦੇ ਵਿੱਚ ਨਹੀਂ ਆਉਂਦਾ, ਜਨਮ ਮਰਨ ਦੇ ਗੇੜ ਤੋਂ ਬਿਲਕੁਲ ਬਾਹਰ ਹੈ। ਤੇ ਇਸ ਤੋਂ ਅਗਲੀ ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਕਹੀ, ਅਜੂਨੀ ਸਹਿਭੰਗ। ਸਹਿਭੰਗ ਦਾ ਮਤਲਬ ਹੈ ਕਿ ਉਹਨੇ ਆਪਣੇ ਆਪ ਨੂੰ ਭੰਗ ਕੀਤਾ, ਆਪਣੇ ਆਪ ਨੂੰ ਪੈਦਾ ਕੀਤਾ। ਕਹਿੰਦੇ ਨੇ ਕਿ ਰੱਬ ਪੈਦਾ ਕਿੱਦਾਂ ਹੋਇਆ? ਜੇਕਰ ਜਨਮ ਨਹੀਂ ਲਿਆ ਕਿਸੇ ਤੋਂ, ਕਿਸੇ ਦੀ ਕੁੱਖ ਤੋਂ ਜਨਮ ਨਹੀਂ ਲਿਆ, ਉਹਦੇ ਮਾਂ-ਬਾਪ ਨਹੀਂ ਹੈ, ਤਾਂ ਫਿਰ ਰੱਬ ਕਿੱਦਾਂ ਪੈਦਾ ਹੋਇਆ? ਤਾਂ ਉਹਦਾ ਜਵਾਬ ਹੈ ਕਿ ਰੱਬ ਨੇ ਆਪਣੇ ਆਪ ਨੂੰ ਖੁਦ ਹੀ ਪੈਦਾ ਕੀਤਾ, ਆਪ ਹੀ ਇਹ ਸ਼ਕਤੀ ਬਣੀ ਹੈ। ਉਹਦਾ ਜਿਹੜਾ ਆਰ ਪਾਰ ਅਸੀਂ ਨਹੀਂ ਪਾ ਸਕਦੇ। ਅਸੀਂ ਅਜਿਹੀ ਅਵਸਥਾ 'ਚ ਨਹੀਂ ਪਹੁੰਚੇ, ਅਸੀਂ ਇੰਨੇ ਉੱਚੇ ਨਹੀਂ ਹੋਏ ਕਿ ਅਸੀਂ ਰੱਬ ਦੇ ਜਨਮ ਦੀ ਵੀ ਗੱਲ ਕੱਢ ਲਈਏ ਕਿ ਰੱਬ ਦਾ ਜਨਮ ਕਿਸ ਤਰ੍ਹਾਂ ਹੋਇਆ। ਕਿ ਸਾਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਰੱਬ ਦਾ ਜਨਮ ਆਪਣੇ ਆਪ ਨਾਲ ਹੋਇਆ, ਅਜੂਨੀ ਸਹਿਭੰਗ। ਕਹਿੰਦੇ ਨੇ ਕਿ ਹੁਣ ਇਹ ਸਾਰੇ ਰੱਬ ਦੇ ਗੁਣ ਨੇ, ਇੱਕ ਓੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਭੰਗ। ਕਿ ਇਹ ਸਾਰਾ ਰੱਬ ਜਿਹੜਾ ਕਿ ਇੱਕ ਹੈ, ਜਿਹਦਾ ਨਾਮ ਸੱਚਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ, ਜਿਸ ਨੂੰ ਕਿਸੇ ਦੇ ਨਾਲ ਵੈਰ ਨਹੀਂ, ਦੁਸ਼ਮਣੀ ਨਹੀਂ, ਜਿਸ ਦੇ ਉੱਤੇ ਸਮੇਂ ਦਾ ਅਸਰ ਨਹੀਂ ਹੈ, ਅਤੇ ਜਿਸ ਨੇ ਆਪਣੇ ਆਪ ਨੂੰ ਬਣਾਇਆ। ਠੀਕ ਹੈ। ਕਹਿੰਦੇ ਨੇ ਕਿ ਇਹ ਰੱਬ ਹੁਣ ਮਿਲਦਾ ਕਿਵੇਂ ਆ? ਇਸ ਰੱਬ ਦੇ ਬਾਰੇ ਜਾਣਕਾਰੀ ਕਿਵੇਂ ਮਿਲਦੀ ਹੈ? ਮੈਂ ਕਿਹੜੀ ਕੰਮ ਕਰਾਂ ਕਿ ਮੈਨੂੰ ਇਹ ਸਾਰੇ ਰੱਬ ਦੇ ਗੁਣ ਜਿਹੜੇ ਨੇ ਮੇਰੇ ਅੰਦਰ ਆ ਜਾਣ ਅਤੇ ਮੈਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵਾਂ? ਤਾਂ ਗੁਰੂ ਸਾਹਿਬ ਜੀ ਨੇ ਉਹਦਾ ਫਾਰਮੂਲਾ ਜਿਹੜਾ ਦੱਸਿਆ, ਉਹ ਦੱਸਿਆ ਗੁਰ ਪ੍ਰਸਾਦ। ਗੁਰੂ ਦੇ ਪ੍ਰਸਾਦ ਦੇ ਨਾਲ। ਪ੍ਰਸਾਦ ਦਾ ਮਤਲਬ ਇੱਥੇ ਹੈ ਕੜਾਹ ਪ੍ਰਸ਼ਾਦ ਵਾਲਾ ਪ੍ਰਸ਼ਾਦ ਨਹੀਂ, ਉਹ ਵੱਖਰਾ ਕਨਸੈਪਟ ਹੈ। ਇੱਥੇ ਪ੍ਰਸਾਦ ਦਾ ਮਤਲਬ ਹੈ ਕਿਰਪਾ, ਕਿ ਗੁਰੂ ਦੀ ਕਿਰਪਾ ਦੇ ਨਾਲ ਮੂਲ ਮੰਤਰ ਦੇ ਵਿੱਚ ਦੱਸਿਆ ਗਿਆ ਪਰਮਾਤਮਾ ਜਿਹੜਾ ਹੈ, ਉਹਦੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ। ਸਾਨੂੰ ਪਹਿਲਾਂ ਨਹੀਂ ਪਤਾ ਸੀ ਕਿ ਰੱਬ ਕਿੱਦਾਂ ਦਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਦੱਸਿਆ ਤੇ ਸਾਨੂੰ ਪਤਾ ਲੱਗ ਗਿਆ ਕਿ ਪ੍ਰਮਾਤਮਾ ਇੱਕ ਹੈ, ਪ੍ਰਮਾਤਮਾ ਸੱਚਾ ਹੈ, ਪ੍ਰਮਾਤਮਾ ਕ੍ਰੀਏਟਰ ਹੈ, ਪ੍ਰਮਾਤਮਾ ਫੇਅਰਲੈਸ ਹੈ, ਪ੍ਰਮਾਤਮਾ ਬਗੈਰ ਵੈਰ ਦੇ ਹੈ, ਸਾਰਾ ਕੁਝ ਬਣਾਉਣ ਵਾਲਾ ਹੈ। ਇਹ ਸਾਰੀ ਜਾਣਕਾਰੀ ਕਿਸ ਤਰ੍ਹਾਂ ਮਿਲੀ? ਗੁਰੂ ਜੀ ਨੇ ਸਾਨੂੰ ਇਹ ਜਾਣਕਾਰੀ ਦਿੱਤੀ। ਗੁਰੂ ਜੀ ਦੀ ਜਾਣਕਾਰੀ ਦੇ ਨਾਲ ਹੀ ਸਾਡੇ ਨਾਲ ਇਹ ਸਾਰੀਆਂ ਚੀਜ਼ਾਂ ਦੀ ਸਾਂਝ ਸਾਡੇ ਨਾਲ ਪਈ। ਤੇ ਆਓ ਅਸੀਂ ਮੂਲ ਮੰਤਰ ਦੇ ਰਾਹੀਂ ਅੱਜ ਇਹ ਸਿੱਖਿਆ ਕਿ ਪ੍ਰਮਾਤਮਾ ਕੀ ਹੈ, ਪ੍ਰਮਾਤਮਾ ਦੇ ਗੁਣ ਕੀ ਨੇ ਤੇ ਪ੍ਰਮਾਤਮਾ ਮਿਲਦਾ ਕਿਵੇਂ ਹੈ। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਸੀਂ ਹੋਰ ਪ੍ਰਮਾਤਮਾ ਦੀ ਗੱਲ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੀ ਗੱਲ ਜਿਹੜੀ ਹੈ ਆਉਣ ਵਾਲੀਆਂ ਵੀਡੀਓਜ਼ 'ਚ ਅਸੀਂ ਕਰਾਂਗੇ। ਅੱਜ ਦੇ ਲਈ ਇੰਨਾ ਹੀ। ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।